ਵੈਲਕਮ ਮਾਈ ਡੀਅਰ ਸਟੂਡੈਂਟਸ। ਬੇਟਾ ਆਪਾਂ ਇਸ ਵੀਡੀਓ ਦੇ ਵਿੱਚ ਕੀ ਕਰ ਰਹੇ ਹਾਂ, ਰਿਵੀਜ਼ਨ ਫॉर ਟਰਮ 1। ਰਿਵੀਜ਼ਨ ਫॉर ਟਰਮ 1 ਵਰਕਸ਼ੀਟ ਨੰਬਰ 12, ਇਹਦਾ ਜਿਹੜਾ ਪਾਰਟ 2 ਅੱਜ ਆਪਾਂ ਕਰ ਰਹੇ ਹਾਂ। ਪਾਰਟ 1 ਦੇ ਵਿੱਚ ਬੇਟਾ ਆਪਾਂ ਇਸ ਵਰਕਸ਼ੀਟ ਦੇ 1 ਤੋਂ 15 ਤੱਕ ਕੁਐਸਚਨਸ ਸੋਲਵ ਕਰ ਲਏ ਸੀ। ਹੁਣ ਪਾਰਟ 2 ਦੇ ਵਿੱਚ ਆਪਾਂ ਇਹਦੇ 16 ਤੋਂ 30 ਕੁਐਸਚਨਸ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਬੇਟਾ 16ਵੇਂ ਕੁਐਸਚਨ ਤੋਂ। ਇਹ ਹੈਗਾ ਛੋਟੀ ਤੋਂ ਛੋਟੀ ਸੰਖਿਆ ਜਿਸ ਨਾਲ 112 ਨੂੰ ਵੰਡਿਆ ਜਾਣਾ ਚਾਹੀਦਾ ਹੈ ਤਾਂ ਜੋ ਇੱਕ ਪੂਰਨ ਵਰਗ ਪ੍ਰਾਪਤ ਕੀਤਾ ਜਾ ਸਕੇ। ਦ ਸਮੋਲੈਸਟ ਨੰਬਰ ਬਾਏ ਵਿਚ 112 112 ਸ਼ੁੱਡ ਬੀ ਡਿਵਾਈਡਿਡ ਸੋ ਐਜ਼ ਟੂ ਗੈਟ ਅ ਪਰਫੈਕਟ ਸਕੇਅਰ। ਤੇ ਬੇਟਾ ਜਦੋਂ ਇਸ ਤਰ੍ਹਾਂ ਦੇ ਸਮ ਆਉਂਦੇ ਆ ਤਾਂ ਆਪਾਂ ਕੀ ਕਰਦੇ ਹੁੰਦੇ ਆ, ਡਿਵਾਈਡ ਕੀਤਾ ਜਾਵੇ ਹੈ ਤਾਂ ਆਪਾਂ ਪ੍ਰਾਈਮ ਫੈਕਟਰਸ ਬਣਾਵਾਂਗੇ, ਹੈ ਨਾ। ਤਾਂ ਦੇਖੋ ਇਹਦਾ ਫਸਟ ਆਪਸ਼ਨ ਮੈਂ ਇੱਥੇ ਵੀ ਲਿਖ ਦਿੰਦੀ ਹਾਂ, ਦੇਖੋ ਉਧਰ ਦਿਖ ਨਹੀਂ ਰਹੀ ਸੀ ਨਾ, ਤਾਂ 6 ਹੈ ਫਸਟ ਆਪਸ਼ਨ। ਤਾਂ ਆਪਾਂ ਸਟਾਰਟ ਕਿੱਥੋਂ ਕਰਦੇ ਹੁੰਦੇ ਹਾਂ ਸਮ ਨੂੰ, 112 ਦੇ ਆਪਾਂ ਬਣਾਵਾਂਗੇ ਪ੍ਰਾਈਮ ਫੈਕਟਰਸ। ਹੁਣ ਪ੍ਰਾਈਮ ਫੈਕਟਰਸ ਬਣਾਉਣਾ ਸ਼ੁਰੂ ਕਰਦੇ ਹਾਂ ਜੀ। 2 ਤੇ 56 28 14 7 ਐਂਡ 7। ਤਾਂ ਹੁਣ ਧਿਆਨ ਨਾਲ ਦੇਖੋ ਬੇਟਾ ਕਿਹਦੇ ਪੇਅਰ ਬਣ ਰਹੇ ਨੇ ਤੇ ਕਿਹੜੇ ਡਿਜਿਟ ਦੇ ਜਿਹੜੇ ਪੇਅਰ ਨਹੀਂ ਬਣ ਰਹੇ ਤੁਹਾਡੇ ਕੋਲ। ਤਾਂ ਕਿਹੜੇ ਡਿਜਿਟ ਦੇ ਪੇਅਰ ਬਣ ਰਹੇ ਨੇ, 2 ਦੇ। ਤੇ ਕਿਹੜਾ ਜਿਹੜਾ ਡਿਜਿਟ ਆ ਉਹ ਇਕੱਲਾ ਰਹਿ ਰਿਹਾ 7। ਤਾਂ ਆਪਾਂ 112 ਇਸ ਰਕਮ ਨੂੰ ਕਿਹਦੇ ਨਾਲ ਡਿਵਾਈਡ ਕਰਨਾ, 7 ਨਾਲ, ਤਾਂ ਜੋ ਇਹ ਜਿਹੜੀ ਸੰਖਿਆ ਹੈ ਉਹ ਪੂਰਨ ਵਰਗ ਬਣ ਸਕੇ। ਦੇਖੋ ਐਵੇਂ ਕਰਦੇ ਹੁੰਦੇ, ਜੇ ਸੋਲਵ ਕਰਨ ਵਾਲਾ ਆ ਜਾਵੇ ਨਾ ਸਮ 7/7, ਦੇਖੋ 7 ਨਾਲ 7 ਕੱਟ ਜਾਏਗਾ ਤਾਂ ਫਿਰ ਇਹ 4, ਯਾਨੀ ਕਿ ਇੱਧਰੋਂ ਆਪਾਂ ਡਿਵਾਈਡ ਕਰੋ ਤੁਹਾਨੂੰ ਪਤਾ ਲੱਗ ਜੂਗਾ। 7 6 42, 16 ਬਣ ਗਿਆ। 16 ਦਾ ਵਰਗਮੂਲ ਕਿੰਨਾ ਹੁੰਦਾ, 4। ਇੱਧਰੋਂ ਵੀ ਆਪਣੇ ਕੋਲ 4 ਹੀ ਆ ਰਿਹਾ ਹੈ। ਤਾਂ 7 ਨਾਲ ਡਿਵਾਈਡ ਕਰਨ ਤੋਂ ਬਾਅਦ ਸੰਖਿਆ ਕੀ ਬਣ ਗਈ, ਪੂਰਨ ਵਰਗ। ਤਾਂ ਡਿਵਾਈਡ ਕਿਹਦੇ ਨਾਲ ਕੀਤਾ ਬੇਟਾ, 7 ਨਾਲ। ਕਲੀਅਰ ਹੋ ਗਿਆ ਹੁਣ ਇਹ ਸਾਰਾ ਮੈਥਡ ਵੀ ਕਲੀਅਰ ਹੋ ਗਿਆ ਨਾ, ਸਾਰੀ ਐਕਸਰਸਾਈਜ਼ ਯਾਦ ਆ ਗਈ ਹੋਗੀ ਤੁਹਾਨੂੰ ਵੀ, ਹਾਂ ਅਸੀਂ ਇੱਦਾਂ ਕਰਦੇ ਹੁੰਦੇ ਸੀ ਸੋਲਵ। ਹੁਣ ਦੇਖੋ 3 ਅੰਕਾਂ ਦੀ ਸਭ ਤੋਂ ਛੋਟੀ ਪੂਰਨ ਵਰਗ ਸੰਖਿਆ ਦੱਸਣੀ ਹੈ। ਕੁਐਸਚਨ ਨੰਬਰ 17, ਦ ਸਮੋਲੈਸਟ 3 ਡਿਜਿਟ ਪਰਫੈਕਟ ਸਕੇਅਰ। ਤਾਂ ਹੁਣ ਦੇਖੋ 3 ਡਿਜਿਟ ਵਾਲੀ ਸੰਖਿਆਵਾਂ ਕਿੱਥੋਂ ਸ਼ੁਰੂ ਹੁੰਦੀਆਂ ਨੇ, 100 ਤੋਂ, ਹੈ ਨਾ। 99 ਤੱਕ ਤਾਂ ਉਹ 2 ਡਿਜਿਟ ਰਹਿੰਦੇ ਨੇ, ਇਸ ਤੋਂ ਬਾਅਦ ਇਹ 3 ਡਿਜਿਟ ਸ਼ੁਰੂ ਹੁੰਦੇ ਨੇ। ਕਿੱਥੇ ਤੱਕ ਚੱਲਦੇ ਨੇ, 999 ਤੱਕ, ਕਿਉਂਕਿ ਉਸ ਤੋਂ ਬਾਅਦ ਕੀ ਆ ਜਾਂਦਾ ਹੈ, 1000, 4 ਅੰਕਾਂ ਵਾਲੀ ਸੰਖਿਆ ਆ ਜਾਂਦੀ ਹੈ। ਉਹਨੇ ਕਿਹਾ ਹੈ ਸਭ ਤੋਂ ਛੋਟੀ ਲੱਭਣੀ ਹੈ, 3 ਡਿਜਿਟ ਦੀ ਲੱਭਣੀ ਹੈ, ਪਰਫੈਕਟ ਸਕੇਅਰ ਹੋਵੇ। ਤਾਂ ਫਿਰ ਉਹ ਤਾਂ 100 ਹੀ ਹੁੰਦੀ ਹੈ ਬੇਟਾ। 100 ਕਿਹਦਾ ਸਕੇਅਰ ਹੈ, 10 × 10, 10 ਦਾ ਸਕੇਅਰ ਹੁੰਦਾ 100। ਤਾਂ ਸਭ ਤੋਂ ਛੋਟੀ 3 ਅੰਕਾਂ ਦੀ ਪੂਰਨ ਵਰਗ ਸੰਖਿਆ ਕਿਹੜੀ ਮਿਲ ਗਈ ਆਪਾਂ ਨੂੰ, 100। ਅਗਲਾ ਕੁਐਸਚਨ ਬੇਟਾ, ਇੱਕ ਵਰਗ ਦੀ ਭੁਜਾ ਦੀ ਲੰਬਾਈ ਪਤਾ ਕਰੋ ਜਿਸ ਦਾ ਖੇਤਰਫਲ ਕਿੰਨਾ, 100 ਸੈਂਟੀਮੀਟਰ ਸਕੇਅਰ। ਫਾਈਂਡ ਦਾ ਲੈਂਥ ਆਫ ਦਾ ਸਾਈਡ ਆਫ ਸਕੇਅਰ ਹੂਜ਼ ਏਰੀਆ ਇਜ਼। ਤਾਂ ਦੇਖੋ ਬੇਟਾ ਏਰੀਆ ਆਫ ਸਕੇਅਰ, ਵਰਗ ਦਾ ਖੇਤਰਫਲ ਤੁਹਾਨੂੰ ਦਿੱਤਾ ਹੋਇਆ 100 ਸੈਂਟੀਮੀਟਰ ਸਕੇਅਰ। ਇੱਥੇ ਆਪਾਂ ਜੇ ਪੰਜਾਬੀ 'ਚ ਲਿਖਣਾ ਚਾਹੀਏ ਵਰਗ ਦਾ ਖੇਤਰਫਲ, ਤਾਂ ਬੇਟਾ ਫਾਰਮੂਲਾ ਕੀ ਹੁੰਦਾ, ਸਾਈਡ ਮਲਟੀਪਲਾਈ ਸਾਈਡ। ਉਹ 100 ਦਿੱਤਾ ਹੋਇਆ, ਤਾਂ ਹੁਣ 100 ਕਿਹਦਾ ਸਕੇਅਰ ਹੁੰਦਾ, ਇੱਥੇ ਐਸ ਦਾ ਸਕੇਅਰ ਹੋ ਗਿਆ ਨਾ, ਐਸ × ਐਸ। ਤਾਂ 100 ਕਿਹਦਾ ਸਕੇਅਰ ਹੁੰਦਾ, 10 ਦਾ। ਤਾਂ ਆਪਣੀ ਸਾਈਡ ਕਿੰਨੀ ਆ ਗਈ ਬੱਚੇ, 10 ਸੈਂਟੀਮੀਟਰ। ਜਾਂ ਇਹਨੂੰ ਆਪਾਂ ਦੂਜੇ ਸ਼ਬਦਾਂ ਦੇ ਵਿੱਚ ਕਹੀਏ ਕਿ 100 ਸੈਂਟੀਮੀਟਰ ਸਕੇਅਰ ਏਰੀਆ, ਤਾਂ ਆਪਾਂ ਇਹਦਾ ਸਕੇਅਰ ਰੂਟ ਕੱਢਣਾ। ਸਕੇਅਰ ਰੂਟ ਹੀ ਕੀ ਹੋਊਗੀ, ਸਾਈਡ ਆਫ ਸਕੇਅਰ। ਤਾਂ 100 ਦਾ ਸਕੇਅਰ ਰੂਟ ਯਾਨੀ ਕਿ ਵਰਗ ਮੂਲ ਕਿੰਨਾ ਹੋਊਗਾ, 10 ਸੈਂਟੀਮੀਟਰ। ਕਲੀਅਰ ਹੋ ਗਿਆ ਬੇਟਾ ਇਹ। ਅਗਲਾ ਦੇਖੋ, ਇੱਕ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲਈ ਕੁੱਲ ਮਿਲਾ ਕੇ ਕਿੰਨੇ ਪੈਸੇ ਦਿੱਤੇ ਨੇ, 1 2 3 4, ਕਿੰਨੇ ਪੈਸੇ ਦਿੱਤੇ ਨੇ, 10,000। ਠੀਕ ਹੈ। ਹਰ ਵਿਦਿਆਰਥੀ ਨੇ ਜਮਾਤ ਵਿੱਚ ਜਿੰਨੇ ਵਿਦਿਆਰਥੀ ਨੇ 19 ਰੁਪਏ ਦਾਨ ਕੀਤੇ ਨੇ। ਮੰਨ ਲਓ ਜਿਹੜੇ ਬੱਚੇ ਨੇ ਉਹ n ਨੇ, ਅਤੇ ਉਹਨਾਂ ਨੇ ਫਿਰ n ਰੁਪਏ ਹਰੇਕ ਬੱਚੇ ਨੇ ਦਾਨ ਕੀਤੇ ਨੇ। ਤਾਂ ਟੋਟਲ ਮਨੀ ਕਿੰਨੀ ਬਣ ਗਈ, n × n। ਚਲੋ n ਦੀ ਬਜਾਏ ਆਪਾਂ ਕੁਛ ਰੁਪਏ ਲਿਖ ਕੇ ਦੇਖਦੇ ਹਾਂ। ਮੰਨ ਲਓ ਤੁਹਾਡੀ ਕਲਾਸ ਹੈ, ਤੁਹਾਡੀ ਕਲਾਸ ਦੇ ਵਿੱਚ 30 ਬੱਚੇ ਨੇ। ਜੇ 30 ਬੱਚੇ ਨੇ ਤਾਂ ਤੁਸੀਂ ਵੀ 30 ਰੁਪਏ ਦਿੱਤੇ ਨੇ। ਠੀਕ ਹੈ, ਜਿੰਨੇ ਬੱਚੇ ਨੇ ਕਹਿੰਦੇ ਉਨੇ ਰੁਪਏ ਦਿੱਤੇ ਨੇ। ਤਾਂ ਇਹ ਇੱਕ ਵਰਗ ਸੰਖਿਆ ਹੀ ਬਣੀ ਹੈ ਨਾ। ਤਾਂ ਬਸ ਇਹੀ ਸਵਾਲ ਹੈ ਬੇਟਾ, ਜੇ ਤੁਸੀਂ ਇੰਨੀ ਕੁ ਗੱਲ ਸਮਝ ਗਏ ਫਿਰ ਇਹ ਸਵਾਲ ਬਹੁਤ ਸੌਖਾ ਲੱਗੂਗਾ। ਤਾਂ ਹੁਣ ਇਹ 10,000 ਰੁਪਏ ਨੇ, ਇਹ ਓਨੇ ਹੀ ਪੈਸੇ ਨੇ ਜਿੰਨੇ ਉਸ ਕਲਾਸ ਦੇ ਵਿੱਚ ਬੱਚੇ ਨੇ, ਅਤੇ ਉਹਨਾਂ ਨੇ ਓਨੇ ਹੀ ਪੈਸੇ ਦਿੱਤੇ ਨੇ।
ਤਾਂ ਉਹਨੇ ਕਿਹਾ ਕੀ ਹੈ, ਜਮਾਤ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੱਸੋ, ਦਾ ਨੰਬਰ ਆਫ ਸਟੂਡੈਂਟਸ ਇਨ ਦਾ ਕਲਾਸ। ਤਾਂ ਹੁਣ ਇੱਧਰ ਕੀ ਬਣ ਰਿਹਾ ਹੈ, ਐਕਸ ਦਾ ਸਕੇਅਰ। ਜਦੋਂ ਸਕੇਅਰ ਹਟਾਉਂਦੇ ਆ ਬੇਟਾ ਤਾਂ ਦੂਸਰੀ ਸਾਈਡ ਕੀ ਲਗਾਉਂਦੇ ਹੁੰਦੇ ਆ, ਸਕੇਅਰ ਰੂਟ। ਹੁਣ ਦੋ ਢੰਗ ਨੇ ਬੱਚੇ, 4 ਜ਼ੀਰੋਆਂ ਨੇ ਤਾਂ ਇੱਥੋਂ ਸੌਖਾ ਢੰਗ ਟ੍ਰਿਕ ਵੀ ਯੂਜ਼ ਕਰ ਸਕਦੇ ਹਾਂ ਵੀ 4 ਜ਼ੀਰੋ ਨੇ ਤਾਂ 100 ਨੂੰ 100 ਨਾਲ ਗੁਣਾ ਕਰਕੇ ਹੀ ਬਣਿਆ, ਇੱਥੇ 100 ਦਾ ਬਣ ਗਿਆ ਪੇਅਰ, ਤਾਂ ਆਪਣਾ ਆਨਸਰ ਕਿੰਨਾ ਆ ਜਾਊਗਾ 100। ਯਾਨੀ ਕਿ ਹਰੇਕ ਬੱਚੇ ਨੇ ਕਿੰਨੇ ਪੈਸੇ ਦਿੱਤੇ ਨੇ, 100 ਰੁਪਏ। ਦੁਬਾਰਾ ਇਹਨੂੰ ਰੀਚੈੱਕ ਕਰਕੇ ਦੇਖ ਲਓ, ਬੱਚੇ ਕਿੰਨੇ ਨੇ 100, ਹਰੇਕ ਨੇ ਪੈਸੇ ਦਿੱਤੇ ਨੇ 100, ਤਾਂ ਬਣ ਗਿਆ 10,000। ਠੀਕ ਹੈ, ਕਲੀਅਰ ਹੋ ਗਈ ਗੱਲ। ਤਾਂ ਜਦੋਂ ਵੀ ਬੇਟਾ ਇਹੋ ਜਿਹੀ ਸਮੱਸਿਆ ਆਉਂਦੀ ਹੈ, ਆਪਾਂ ਨੂੰ ਪ੍ਰੋਬਲਮ ਸਟੇਟਮੈਂਟ ਆਉਂਦੀ ਹੈ, ਤਾਂ ਆਪਾਂ ਇਹਦਾ ਸਕੇਅਰ ਰੂਟ ਕੱਢਣਾ ਹੁੰਦਾ ਹੈ, ਵਰਗ ਮੂਲ। ਠੀਕ ਹੈ ਬੇਟਾ, ਸਮਝ ਆ ਗਿਆ। ਅਗਲਾ ਕੁਐਸਚਨ 20ਵਾਂ ਕੁਐਸਚਨ ਹੈਗਾ ਵੀ ਜੇ 25 ਦਾ ਜਿਹੜਾ ਸਕੇਅਰ ਹੈ ਉਹ 625 ਹੈ, ਵੀ 25 ਨੂੰ 25 ਨਾਲ ਗੁਣਾ ਕਰਦੇ ਆ ਤਾਂ ਹਾਂਜੀ, ਤਾਂ ਬੇਟਾ ਆਪਾਂ ਕਰ ਰਹੇ ਸੀਗੇ 20th ਕੁਐਸਚਨ ਹੈ ਨਾ। ਇਹਨੇ ਕਿਹਾ ਵੀ ਜੇਕਰ 25 ਦਾ ਸਕੇਅਰ 25 ਗੁਣਾ 25 625 ਬਣਦਾ, ਤਾਂ 625 ਦਾ ਸਕੇਅਰ ਰੂਟ ਕੀ ਹੋਊਗਾ, ਵਰਗ ਮੂਲ ਕੀ ਹੋਊਗਾ। ਤਾਂ ਬੇਟਾ ਤੁਹਾਨੂੰ ਡੈਫੀਨੇਸ਼ਨ ਯਾਦ ਹੋਣੀ ਚਾਹੀਦੀ ਹੈ ਵੀ ਵਰਗ ਜਿਹੜਾ ਹੈ ਉਹਦਾ ਵਰਗ ਮੂਲ ਜੇ ਕੱਢਦੇ ਹਾਂ, ਜੇ ਕੋਈ ਵਰਗ ਸੰਖਿਆ ਦਾ ਆਪਾਂ ਵਰਗ ਮੂਲ ਪਤਾ ਕਰਦੇ ਹਾਂ ਤਾਂ ਉਹ ਸਿੰਗਲ ਰਕਮ ਹੁੰਦੀ ਹੈ ਜਿਸ ਨੂੰ ਸਕੇਅਰ ਕਰਕੇ ਆਪਣੀ ਗਿਵਨ ਰਕਮ ਬਣੀ ਹੁੰਦੀ ਹੈ। ਠੀਕ ਹੈ, ਥੋੜਾ ਕੰਪਲੀਕੇਟਡ ਹੋ ਗਿਆ, ਤੈਨੂੰ ਸਰਲ ਭਾਸ਼ਾ 'ਚ ਦੱਸਦੇ ਹਾਂ। ਦੇਖੋ 25 ਨੂੰ 25 ਨਾਲ ਸਕੇਅਰ ਕਰਕੇ 625 ਬਣਿਆ, ਤਾਂ 625 ਦਾ ਵਰਗਮੂਲ ਕੀ ਹੋਊਗਾ, 25 ਗੁਣਾ 25 ਦਾ ਪੇਅਰ ਬਣ ਰਿਹਾ ਤੇ ਇਹਦਾ ਵਰਗਮੂਲ ਕੀ ਹੋਊਗਾ 25। ਮਤਲਬ ਉਹ ਸੰਖਿਆ ਪਤਾ ਕਰਨੀ ਜਿਸ ਨੂੰ ਆਪਣੇ ਉਸੇ ਨਾਲ ਗੁਣਾ ਕਰਨ ਤੇ 625 ਬਣਿਆ ਸੀ। ਕਲੀਅਰ ਹੈ ਬੇਟਾ, ਤਾਂ ਇਹਦਾ ਆਨਸਰ ਕਿੰਨਾ ਆਊਗਾ 25। ਅਗਲਾ ਕੁਐਸਚਨ ਹੈ ਹੇਠਾਂ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਇੱਕ ਪੂਰਨ ਘਣ ਸੰਖਿਆ ਨਹੀਂ ਹੈ, ਵਿਚ ਆਫ ਦਾ ਫੋਲੋਇੰਗ ਨੰਬਰਸ ਇਜ਼ ਨਾਟ ਅ ਕਿਊਬ ਨੰਬਰ। ਤਾਂ ਬੇਟਾ ਇਹਦੀਆਂ ਆਪਸ਼ਨਾਂ ਦੇ ਵਿੱਚੋਂ ਹੀ ਲੱਭਣਾ ਪਏਗਾ। ਪਹਿਲੀ ਆਪਸ਼ਨ ਹੈ 1 ਦੇ ਨਾਲ 4 ਜ਼ੀਰੋਆਂ, ਤਾਂ ਪਹਿਲਾਂ ਤਾਂ ਇੱਥੇ ਹੀ ਦੇਖੋ ਡੈਫੀਨੇਸ਼ਨ ਗਲਤ ਹੋ ਗਈ ਘਣ ਦੀ। ਜਿਹੜਾ ਘਣ ਹੁੰਦਾ ਬੇਟਾ ਕਿਊਬ ਹੁੰਦਾ, ਘਣ ਕਿਊਬ ਜਿਹੜਾ ਕਿਊਬ ਹੈ ਜਾਂ ਘਣ ਹੈ ਉਹਦੇ ਵਿੱਚ ਜ਼ੀਰੋਆਂ ਦੀ ਸੰਖਿਆ ਜਿਹੜੀ ਹੈ ਉਹ 3 ਦੇ ਗੁਣਜ ਹੁੰਦੇ ਨੇ, ਜਾਂ 3 ਹੋਣਗੀਆਂ ਜਾਂ 6 ਜਾਂ 9। ਇਹਦੇ ਵਿੱਚ ਕਿੰਨੀਆਂ ਨੇ 4, ਮਤਲਬ ਇਹ ਇੱਕ ਪੂਰਨ ਵਰਗ ਸੰਖਿਆ, ਘਣ ਨਹੀਂ ਹੈਗੀ, ਤਾਂ ਪਹਿਲੀ ਤਾਂ ਹੈ ਨਹੀਂ ਪੂਰਨ ਘਣ। ਨੈਕਸਟ ਤਾਂ ਆਪਣਾ ਪਹਿਲਾ ਆਨਸਰ ਹੀ ਆ ਜਾਣਾ ਚਾਹੀਦਾ ਹੈ ਨਾ। 31 25 ਦੇਖੋ ਇਹਦੇ ਬਣਾਓ ਫੈਕਟਰਸ, 5 ਦੇ ਪਹਾੜੇ ਤੇ ਜਾਊਗਾ 625, ਫਿਰ 5 ਦੇ ਪਹਾੜੇ ਤੇ ਜਾਏਗਾ 125, ਫਿਰ 5 ਦੇ ਪਹਾੜੇ ਤੇ ਜਾਏਗਾ, ਫਿਰ 5 ਤੇ, ਫਿਰ 5 ਤੇ। ਦੇਖੋ ਇੱਕ ਟ੍ਰਿਪਲੇਟ ਬਣ ਰਿਹਾ, ਦੂਸਰਾ ਬਣ ਹੀ ਨਹੀਂ ਰਿਹਾ, ਤਾਂ ਇਹਦਾ ਮਤਲਬ ਇਹ ਵੀ ਸੰਖਿਆ ਪੂਰਨ ਵਰਗ ਨਹੀਂ ਹੈਗੀ। ਤੇ 64 64 ਕੀ ਹੁੰਦਾ ਬੇਟਾ, ਚੌਕਮ ਚੌਕੀ 16 ਚੌਕੇ 64, ਤਾਂ ਇਹ ਤਾਂ 4 ਦਾ ਜਿਹੜਾ ਹੈ ਘਣ ਹੈਗਾ, ਤਾਂ 64 ਦਾ ਕਿਊਬ ਰੂਟ ਨਿਕਲ ਆਊਗਾ। ਇਹ ਪੂਰਨ ਵਰਗ ਪੂਰਨ ਘਣ ਸੰਖਿਆ ਹੈਗੀ ਹੈ। 729 ਇਹ ਹੁੰਦਾ ਬੇਟਾ 9 ਗੁਣਾ 9 ਗੁਣਾ 9, ਨਾਮ ਨੇ 81 81 ਨਾਇਆ 729, ਤਾਂ ਇਹਦਾ ਜਿਹੜਾ ਕਿਊਬ ਰੂਟ ਹੈ ਕੀ ਨਿਕਲੂਗਾ 9, ਤੇ ਇਹਦਾ ਮਤਲਬ ਇਹ ਵੀ ਇੱਕ ਪੂਰਨ ਘਣ ਸੰਖਿਆ ਹੈਗੀ ਹੈ। ਤੇ ਬੇਟਾ ਇਹਦੇ ਵਿੱਚ 2 ਰੋਂਗ ਆ ਰਹੇ ਨੇ, 2 ਰਾਈਟ ਆ ਰਹੇ ਨੇ। ਇਟ ਮੀਨਸ ਇੱਥੇ ਕਿਤੇ ਆਪਸ਼ਨਸ ਦੇ ਵਿੱਚ ਕੁਛ ਲਿਖਣਾ ਰਹਿ ਗਿਆ ਜਾਂ ਆਪਸ਼ਨਸ ਗਲਤ ਹੋ ਗਈਆਂ, ਤਾਂ ਤੁਹਾਨੂੰ ਮੈਂ ਸਾਰੀ ਇਕੱਲੀ ਇਕੱਲੀ ਆਪਸ਼ਨ ਨਾਲ ਸਮਝਾਤਾ ਕਿ ਇਹ ਇਹਨਾਂ ਵਿੱਚੋਂ ਕਿਹੜਾ ਪੂਰਨ ਘਣ ਹੈਗਾ ਤੇ ਕਿਹੜਾ ਪੂਰਨ ਘਣ ਨਹੀਂ ਹੈਗਾ। ਬਸ ਇਹਨੂੰ ਇੱਦਾਂ ਪਛਾਣ ਲੈਣਾ ਜੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਉਂਦਾ। ਠੀਕ ਹੈ ਬੇਟਾ ਜੀ। ਅਗਲਾ ਕੁਐਸਚਨ, ਸੰਖਿਆ ਦਿੱਤੀ ਹੋਈ ਆਪਾਂ ਨੂੰ 326, ਤੇ ਇਹਨੇ ਕਿਹਾ ਇਸ ਦੇ ਇਕਾਈ ਦਾ, ਘਣ ਦੀ ਇਕਾਈ ਦਾ ਅੰਕ ਕੀ ਹੋਊਗਾ, 1 ਡਿਜਿਟ ਆਫ ਕਿਊਬ ਆਫ ਨੰਬਰ। ਮਤਲਬ ਜੇ ਆਪਾਂ ਇਸ ਸੰਖਿਆ ਦਾ ਕਿਊਬ ਕਰਦੇ ਹਾਂ, ਘਣ ਕਰਦੇ ਹਾਂ, ਤਾਂ ਉਹਦਾ ਜਿਹੜਾ ਪਿਛਲਾ ਅੰਕ ਆਊਗਾ ਉਹ ਕੀ ਹੋਊਗਾ। ਤਾਂ ਇਹਦੇ ਲਈ ਇੰਨੀ ਵੱਡੀ ਵੱਡੀ ਸੰਖਿਆ ਨੂੰ ਗੁਣਾ ਕਰਨ ਦੀ ਲੋੜ ਨਹੀਂ, ਆਪਾਂ ਕੀ ਚੱਕਣਾ ਇਹਦਾ ਸਿਰਫ ਯੂਨਿਟ ਡਿਜਿਟ, ਇਕਾਈ ਦਾ ਅੰਕ, ਇਹਨਾਂ ਨੂੰ ਗੁਣਾ ਕਰ ਲਓ। ਛਿਕਮ ਛਿਕੀ 36, 36 ਨੂੰ ਜਦੋਂ 6 ਨਾਲ ਗੁਣਾ ਕਰੋਗੇ ਤਾਂ ਛਿਕਮ ਛਿਕੀ 36, ਫਿਰ ਵੀ ਪਿੱਛੇ 6 ਹੀ ਆ ਰਿਹਾ। ਤਾਂ ਇਟ ਮੀਨਸ ਜਦੋਂ ਆਪਾਂ ਇਸ ਸੰਖਿਆ ਦਾ
ਘਣ ਕਰਾਂਗੇ ਤਾਂ ਉਹਦਾ ਇਕਾਈ ਦਾ ਅੰਕ ਵੀ ਕੀ ਆਊਗਾ 6। 23ਵਾਂ ਕੁਐਸਚਨ ਬੇਟਾ, ਇਹਦੇ ਵਿੱਚ ਹੈ ਪੂਰਨ ਘਣ। ਇੱਕ ਆਪਾਂ ਨੂੰ ਸੰਖਿਆ ਦਿੱਤੀ ਹੋਈ ਹੈ, ਇਸ ਪੂਰਨ ਘਣ ਦੇ ਘਣ ਮੂਲ ਦੇ ਇਕਾਈ ਦਾ ਅੰਕ ਕੀ ਹੈ। ਵਟ ਇਜ਼ ਦਾ ਵਨਸ ਡਿਜਿਟ ਇਨ ਦਾ ਕਿਊਬ ਰੂਟ ਆਫ, ਮਤਲਬ ਇਹਦਾ ਹੁਣ ਆਪਾਂ ਨੇ ਕਿਊਬ ਰੂਟ ਕੱਢਣਾ ਤਾਂ ਕਿੰਨੀਆਂ ਜ਼ੀਰੋਜ਼ ਨੇ, ਗਿਣੋ 1 2 3 4 5 6। ਹੁਣ ਇਹ 6 ਜ਼ੀਰੋਜ਼ ਨੇ, 6 ਜ਼ੀਰੋਜ਼ ਕਿਵੇਂ ਆਈਆਂ ਹੋਣਗੀਆਂ, 2 ਜ਼ੀਰੋਜ਼ ਦਾ ਮਲਟੀਪਲਾਈ ਕੀਤਾ ਹੋਊਗਾ ਫੇਰ ਹੀ ਆਈਆਂ ਹੋਣਗੀਆਂ, ਮਤਲਬ ਇਹਦੇ ਨਾਲ 1 ਲਗਾ ਲਓ। ਐਦਾਂ ਥੋੜ੍ਹਾ ਜਿਹਾ ਟ੍ਰਿਕ ਵਰਤ ਲਿਆ ਕਰੋ, ਹਰੇਕ ਥਾਂ 'ਤੇ ਅਭਾਜ ਗੁਣਨਖੰਡ ਬਣਾਉਣ ਦੀ ਜ਼ਰੂਰਤ ਨਹੀਂ ਹੁੰਦੀ। ਹੁਣ ਇਹ ਜਿਹੜੇ ਨੇ ਐਦਾਂ 2 ਦੇ ਜਿਹੜੇ ਪੇਅਰ ਬਣ ਰਹੇ ਸੀਗੇ, 3 ਟ੍ਰਿਪਲੇਟ ਬਣ ਗਿਆ ਨਾ, 2 ਜ਼ੀਰੋਆਂ ਦਾ ਇੱਕ ਤ੍ਰਿਗੁੱਟ ਬਣ ਗਿਆ, ਤਾਂ ਆਪਾਂ ਲਿਖ ਲਿਆ 100 ਗੁਣਾ 100 ਗੁਣਾ 100 ਹੈ। ਤਾਂ ਇਹਨੇ ਕਿਹਾ ਕਿ ਪੂਰਨ ਘਣ ਹੈ ਇਹ, ਇਹਦੇ ਘਣ ਮੂਲ, ਹੁਣ ਘਣ ਮੂਲ ਕੀ ਆਇਆ ਇਹਦਾ 100, ਕਿਊਬ ਰੂਟ ਕਿੰਨਾ ਆਇਆ 100, ਤਾਂ ਉਹਦਾ ਇਕਾਈ ਦਾ ਅੰਕ ਕਿੰਨਾ ਆਇਆ 0। ਗੱਲ ਕਲੀਅਰ ਹੋਈ। ਦੇਖੋ ਦੁਬਾਰਾ ਸਮਝਣ ਦੀ ਕੋਸ਼ਿਸ਼ ਕਰੋ, 6 ਜ਼ੀਰੋਆਂ ਸੀ ਇੱਕ ਨਾਲ, ਠੀਕ ਹੈ। ਤਾਂ ਆਪਾਂ ਨੇ ਪਹਿਚਾਨ ਲਿਆ ਕਿ ਇਹਦਾ ਜਿਹੜਾ ਕਿਊਬ ਰੂਟ ਹੈ ਉਹ ਕਿੰਨਾ ਆਇਆ 100। 100 ਦਾ ਇਕਾਈ ਦਾ ਅੰਕ ਪੁੱਛਿਆ ਸੀ ਤੇ ਉਹ ਕਿੰਨਾ 0। ਕਲੀਅਰ ਹੋ ਗਈ ਬੇਟਾ ਗੱਲ। ਹੁਣ ਆਪਾਂ 24ਵਾਂ ਕੁਐਸਚਨ ਕਰਦੇ ਹਾਂ। 24ਵਾਂ ਕੁਐਸਚਨ ਦੇਖੋ, ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ ਪੂਰਨ ਘਣ ਪ੍ਰਾਪਤ ਕਰਨ ਲਈ ਸੰਖਿਆ 108 ਨੂੰ ਗੁਣਾ ਕੀਤਾ ਜਾਣਾ ਚਾਹੀਦਾ ਹੈ। ਫਾਈਂਡ ਦਾ ਸਮੋਲੈਸਟ ਨੰਬਰ ਬਾਏ ਵਿਚ ਦਾ ਨੰਬਰ 108 ਮਸਟ ਬੀ ਮਲਟੀਪਲਾਈਡ। ਤਾਂ ਇਹਨੂੰ ਆਪਾਂ ਮਲਟੀਪਲਾਈ ਕਰਨਾ, ਇਹਦਾ ਮਤਲਬ ਹਲੇ ਇਹ ਪੂਰਨ ਘਣ ਨਹੀਂ ਹੈਗਾ, ਇਹਨੂੰ ਕਿਸੇ ਨਾ ਕਿਸੇ ਸੰਖਿਆ ਨਾਲ ਗੁਣਾ ਕਰਾਂਗੇ ਫੇਰ ਪੂਰਨ ਘਣ ਬਣੂਗਾ। ਤਾਂ ਉਹ ਸੰਖਿਆ ਪਤਾ ਕਰਨ ਲਈ ਇਹਦੇ ਆਭਾਸ ਟੋਟੇ ਬਣਾਉਣੇ ਪੈਣਗੇ। ਪਹਿਲਾਂ 2 ਤੇ ਭਾਗ ਹੋਊਗਾ, ਦੇਖੋ 54, ਫੇਰ 2 ਤੇ 27, 3 ਤੇ 9, ਫੇਰ 3 ਤੇ 3, ਫੇਰ 3 ਤੇ 1। ਦੇਖੋ ਇੱਕੋ ਹੀ ਤ੍ਰਿਗੁੱਟ ਬਣ ਰਿਹਾ 3 ਦਾ, ਤੇ ਜਿਹੜਾ 2 ਦਾ ਤ੍ਰਿਗੁੱਟ ਬਣਾਉਣ ਵਾਸਤੇ ਆਪਾਂ ਨੂੰ ਇੱਥੇ 1 2 ਹੋਰ ਚਾਹੀਦਾ, ਫੇਰ ਇਹ ਪੂਰਨ ਘਣ ਬਣੂਗਾ। ਤਾਂ ਆਪਾਂ ਕਿਹਦੇ ਨਾਲ ਗੁਣਾ ਕਰੀਏ 108 ਨੂੰ ਕਿ ਇਹ ਪੂਰਨ ਘਣ ਬਣ ਜਾਵੇ 2 ਨਾਲ। ਇੱਥੇ ਸਿਰਫ ਆਪਾਂ ਨੂੰ ਇੰਨਾ ਹੀ ਪੁੱਛਿਆ ਸੀ, ਜੇ ਲਿਖਤੀ ਕੁਐਸਚਨ ਆਉਂਦਾ ਫਿਰ ਆਪਾਂ ਇਹਨੂੰ 108 ਨੂੰ 2 ਨਾਲ ਗੁਣਾ ਵੀ ਕਰ ਦੇਣੀ ਹੈ ਤੇ ਰਾਈਟ ਸਾਈਡ 'ਤੇ ਕੱਢ ਕੇ ਵੀ ਦਿਖਾ ਦੇਣਾ ਇਹਦਾ ਕਿਊਬ ਰੂਟ ਕਿੰਨਾ ਨਿਕਲੂਗਾ। ਇੱਕ ਟ੍ਰਿਪਲੇਟ, ਦੂਜਾ ਟ੍ਰਿਪਲੇਟ, ਇੱਧਰ ਕੀ ਲਿਖਾਂਗੇ ਨਿਸ਼ਾਨੀ ਕਿਊਬ ਰੂਟ ਦੀ, ਤਾਂ ਇਹ ਆ ਜਾਊਗਾ ਬੇਟਾ ਇਹਦਾ ਕਿਊਬ ਰੂਟ 2 ਗੁਣਾ 3 ਮਤਲਬ 6। ਤਾਂ ਇਹ ਬੇਟਾ ਤਾਂ ਕਰਨਾ ਜੇ ਆਪਾਂ ਨੂੰ ਪੁੱਛਿਆ ਹੋਊਗਾ, ਵੈਸੇ ਇੱਧਰ ਕਲੀਅਰ ਹੋ ਰਿਹਾ ਵੀ ਗੁਣਾ ਕਰਨਾ ਹੀ ਪੁੱਛਿਆ ਸੀ, ਵੀ ਕਿਹਦੇ ਨਾਲ ਗੁਣਾ ਕਰੀਏ ਤਾਂ 2 ਨਾਲ ਗੁਣਾ ਕਰੀਏ। ਕਲੀਅਰ ਹੋ ਗਿਆ ਬੱਚਾ ਜੀ। ਚਲੋ ਇੱਕ ਅਗਲਾ ਕੁਐਸਚਨ ਕਰਦੇ ਹਾਂ। ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ ਪੂਰਨ ਘਣ ਪ੍ਰਾਪਤ ਕਰਨ ਲਈ ਸੰਖਿਆ 72 ਨੂੰ ਗੁਣਾ ਕੀਤਾ ਜਾਣਾ ਚਾਹੀਦਾ ਹੈ। ਤਾਂ ਸੇਮ ਕੁਐਸਚਨ ਹੈ ਬੇਟਾ, ਇਹ 'ਚ ਆਪਣੀ ਰਕਮ ਬਦਲ ਗਈ 72 ਹੈ, ਗੁਣਾ ਇਹਦੇ 'ਚ ਵੀ ਕਰਨਾ ਹੈ। ਫਾਈਂਡ ਦਾ ਸਮੋਲੈਸਟ ਨੰਬਰ ਬਾਈ ਵਿਚ ਦਾ ਨੰਬਰ 72 ਮਸਟ ਬੀ ਮਲਟੀਪਲਾਈਡ। ਤਾਂ ਦੇਖੋ 72 2 ਤੇ ਜਾਏਗਾ, ਆਂਸਰ ਕਿੰਨਾ ਆਏਗਾ 36। ਫਿਰ 2 ਤੇ ਡਿਵਾਈਡ ਹੋ ਗਿਆ ਜੀ 18, 2 ਤੇ ਡਿਵਾਈਡ ਹੋ ਗਿਆ 9, 3 ਤੇ 3 ਤੇ ਡਿਵਾਈਡ ਹੋ ਗਿਆ 1। ਤਾਂ ਟ੍ਰਿਪਲੇਟ ਕਿਹਦਾ ਬਣ ਰਿਹਾ 2 ਦਾ। 3 ਦਾ ਟ੍ਰਿਪਲੇਟ ਪੂਰਾ ਕਰਨ ਲਈ ਆਪਾਂ ਨੂੰ ਇੱਥੇ ਇੱਕ ਹੋਰ 3 ਚਾਹੀਦਾ। ਤਾਂ 72 ਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਪੂਰਨ ਘਣ ਬਣ ਜਾਵੇ ਬਾਏ 3। ਤਾਂ ਕਰਕੇ ਵੀ ਦੇਖ ਲਓ, 72 ਨੂੰ ਜਦੋਂ ਆਪਾਂ 3 ਨਾਲ ਗੁਣਾ ਕਰਦੇ ਹਾਂ ਤਾਂ 3 ਦੂਣੀ 6 7 21, ਦੇਖੋ ਉਹੀ ਸੇਮ ਰਕਮ ਬਣੀ ਹੈ 216। 216 ਕਿਹਦਾ ਘਣ ਹੁੰਦਾ ਜੀ 6 ਦਾ। ਛੀਕਮ ਛਿੱਕੀ 36, 36 ਛੀਕਾ 216। ਮੈਥਡ ਕਲੀਅਰ ਹੋ ਗਿਆ ਨਾ। ਜਦੋਂ ਵੀ ਤੁਹਾਨੂੰ ਗੁਣਾ ਕਰੀਏ ਭਾਗ ਕਰੀਏ ਇੱਦਾਂ ਦਾ ਸਮ ਆਉਂਦਾ, ਚਾਹੇ ਵਰਗਮੂਲ 'ਚ ਹੋਵੇ ਚਾਹੇ ਘਣ ਮੂਲ 'ਚ ਹੋਵੇ, ਤੁਸੀਂ ਉਹਦੇ ਪ੍ਰਾਈਮ ਫੈਕਟਰ ਬਣਾਉਣੇ ਨੇ। ਵਰਗਮੂਲ ਦੇ ਲਈ ਜੋਟੇ ਬਣਾਉਣੇ ਨੇ, ਘਣ ਮੂਲ ਦੇ ਲਈ ਤੁਸੀਂ ਤ੍ਰਿਗੁੱਟ ਬਣਾਉਣੇ ਨੇ। ਠੀਕ ਹੈ ਜੀ। ਅਗਲਾ ਕੁਐਸਚਨ ਸੇਮ ਇਸੇ ਤਰ੍ਹਾਂ ਦਾ ਕੁਐਸਚਨ ਹੈ। ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ, ਪੂਰਨ ਘਣ ਪਤਾ ਕਰਨ ਲਈ ਸੰਖਿਆ 250 ਨੂੰ ਜਿਹਦੇ ਨਾਲ ਵੰਡਿਆ ਜਾਣਾ ਹੈ। ਇਹ ਥੋੜ੍ਹਾ ਡਿਫਰੈਂਟ ਆ ਗਿਆ। ਫਾਈਂਡ ਦਾ ਸਮੋਲੈਸਟ ਨੰਬਰ ਬਾਈ ਵਿਚ ਦਾ ਨੰਬਰ 250 ਮਸਟ ਬੀ ਡਿਵਾਈਡਿਡ ਟੂ obtain a ਪਰਫੈਕਟ ਕਿਊਬ। ਤਾਂ ਬੇਟਾ 250 ਦੇ ਪ੍ਰਾਈਮ ਫੈਕਟਰਸ ਬਣਾਓ। 2 ਤੇ ਗਿਆ ਦੇਖੋ, ਫਿਰ ਇਹ 5 ਤੇ ਜਾਏਗਾ, ਫਿਰ 5 ਤੇ, ਫਿਰ 5 ਤੇ। ਤਾਂ ਤ੍ਰਿਗੁੱਟ ਕਿਹਦਾ ਬਣ ਰਿਹਾ 5 ਦਾ।
ਹੁਣ ਕੁਐਸचन ਕੀ ਹੈ, ਕਿਹਦੇ ਨਾਲ ਵੰਡਿਆ ਜਾਣਾ ਚਾਹੀਦਾ। ਤਾਂ ਆਪਣੇ ਕੋਲੇ ਕੀ ਲੱਗ ਰਿਹਾ ਹੈ ਵੀ ਜਿਹੜਾ 2 ਹੈ ਉਹ ਟ੍ਰਿਪਲੇਟ ਨਹੀਂ ਬਣਾ ਰਿਹਾ, ਉਹ ਇੱਥੇ ਇਹਦੇ ਯੂਜ਼ ਨਹੀਂ ਹੈ। 5 ਦਾ ਆਪਣਾ ਟ੍ਰਿਪਲੇਟ ਬਣ ਰਿਹਾ ਹੈ, ਉੱਥੇ ਉਹ ਪੂਰਨ ਕਣ ਬਣ ਜੂਗਾ ਜੇ ਆਪਾਂ 250 ਨੂੰ ਇਸ 2 ਨਾਲ ਡਿਵਾਈਡ ਕਰ ਦਈਏ। ਤਾਂ ਦੇਖੋ ਆਪਣੇ ਕੋਲ ਕੀ ਆਨਸਰ ਆ ਗਿਆ, ਆਪਸ਼ਨ ਨੰਬਰ 1 2। ਜੇ ਇਹ ਕੁਐਸਚਨ ਹੁੰਦਾ ਅੱਗੇ ਸੋਲਵ ਕਰਨ ਵਾਲਾ, ਫਿਰ ਆਪਾਂ ਇਹਨੂੰ 2 ਨਾਲ ਡਿਵਾਈਡ ਵੀ ਕਰਕੇ ਦਿਖਾਉਂਦੇ। ਕਿੰਨਾ ਆ ਜਾਂਦਾ 125। ਰਾਈਟ ਸਾਈਡ 'ਤੇ ਸਾਰੇ ਇਹਦੇ ਪ੍ਰਾਈਮ ਫੈਕਟਰਸ ਓਵਰ 2, 2 ਨਾਲ 2 ਕੱਟ ਜਾਂਦਾ, ਇਹਦਾ ਆਨਸਰ ਕਿੰਨਾ ਆਉਂਦਾ 5। 125 ਦਾ ਕਿਊਬ ਰੂਟ ਕਿੰਨਾ ਆਉਂਦਾ 5। ਕਲੀਅਰ ਹੋ ਗਿਆ। ਆਪਣਾ ਸਮ ਇੱਥੇ ਹੀ ਨਿਬੜ ਗਿਆ। ਇਹਨੇ ਸਿਰਫ ਪੁੱਛਿਆ ਸੀ ਕਿਹੜੇ ਛੋਟੇ ਤੋਂ ਛੋਟੇ ਸੰਖਿਆ ਨਾਲ ਆਪਾਂ ਭਾਗ ਕਰੀਏ, ਉਹ ਆਪਾਂ ਨੂੰ ਪਤਾ ਲੱਗ ਗਿਆ ਵੀ ਇੱਥੇ 2 ਜਿਹੜਾ ਹੈ ਉਹ ਤ੍ਰਿਗੁਟਾਂ 'ਚ ਆ ਨਹੀਂ ਰਿਹਾ, ਤਾਂ ਇਸ ਕਰਕੇ ਇਹਦੇ ਨਾਲ ਭਾਗ ਕਰ ਦਿੰਦੇ ਹਾਂ। ਤੇ ਇਹਦਾ ਆਨਸਰ ਕੀ ਆ ਗਿਆ ਬੇਟਾ ਜੀ 2। 27ਵਾਂ ਕੁਐਸਚਨ ਦੇਖੋ। ਚਲੋ ਜੀ, ਇਹ ਵੀ ਸੇਮ ਹੀ ਕੁਐਸਚਨ ਹੈ। ਛੋਟੀ ਤੋਂ ਛੋਟੀ ਸੰਖਿਆ ਪਤਾ ਕਰਨੀ ਹੈ, 1296 ਨੂੰ ਵੰਡਣਾ। ਕੀ ਪ੍ਰਾਪਤ ਕਰਨ ਲਈ, ਪਰਫੈਕਟ ਕਿਊਬ ਨੰਬਰ। ਤਾਂ 1296 ਦੇ ਪ੍ਰਾਈਮ ਫੈਕਟਰਸ ਬਣਾਓ। ਦੇਖੋ 2 ਤੇ ਗਿਆ, ਫਿਰ 2 ਤੇ ਡਿਵਾइड करो, अगेन फिर 2 ते, नाउ हुणे 3 ते जाएगा, फिर 3 ते, फिर 3 ते, फिर 3 ते। तो किहड़े देखो 3 का एक ट्रिपलेट बन रहा है, 2 का तो एक 3 का। तो किहड़ियां चीज़ां ने जिहड़ियां आपां नूं फालतू दिख रही ने, जो त्रिगुट नहीं बना रही। ਹੁਣ ਉਹ ਤਾਂ ਇੱਕ 2 ਹੈ, ਇੱਕ ਇੱਥੇ 3 ਹੈ, ਇਹਦਾ ਮਤਲਬ 2 ਅੱਖਰ ਬਚ ਗਏ, ਇੱਕ 2 ਅਤੇ ਇੱਕ 3। ਤਾਂ ਆਪਾਂ ਇਹਨੂੰ ਕਿਹਦੇ ਨਾਲ ਡਿਵਾਈਡ ਕਰਾਂਗੇ ਬੇਟਾ, 3 ਦੂਣੀ 6 ਦੇ ਨਾਲ। ਕਿਹੜੀ ਆਪਸ਼ਨ ਦੇ ਵਿੱਚ ਲਿਖਿਆ ਹੋਇਆ, ਫਸਟ ਆਪਸ਼ਨ ਦੇ ਵਿੱਚ। ਤਾਂ ਡਿਵਾਈਡ ਕਰਕੇ ਵੀ ਦੇਖ ਲਓ 6 ਦੇ ਨਾਲ ਵੀ, ਸੱਚਿਓ ਹੀ ਇਹ ਕਿਹੜਾ ਬਣਦਾ ਜੀ, ਇਹਦਾ ਕਿਊਬ ਕਿਹਦਾ ਬਣਦਾ ਫਿਰ ਇਹ 6 ਨਾਲ ਡਿਵਾਈਡ ਕਰੋ, 6 ਦੂਣੀ 12, ਇੱਕ ਛਿੱਕਾ ਛਿੱਕਾ, ਛਿਕਮ ਛਿਕਮ 36, ਇਹ ਫਿਰ 216 ਹੀ ਆਇਆ ਦੇਖੋ ਆਨਸਰ, ਹੈ ਨਾ। पर अपना इत्थे आंसर की है भी किहदे नाल भाग करिए, तो आपां किहदे नाल भाग करांगे 6 नाल। 6 कित्थों आया, वो दोनों संख्यावां दी गुणा दे नाल जो त्रिगुट नहीं बना रही सी। क्लीयर हो गया बेटा। नैक्सट क्वेश्चन ये देखो, तुसीं इहनूं देखदे सार पहचान लोगे। एक घन का आयतन दिता होया, वॉल्यूम, तो वॉल्यूम ऑफ क्यूब हैगा 64 तो एज पुछिया। तो बेटा जिहड़ा वॉल्यूम ऑफ क्यूब है, ਇਹਦਾ ਫਾਰਮੂਲਾ ਕੀ ਹੁੰਦਾ, ਐਜ ਦਾ ਕਿਊਬ। ਕਈ ਵਾਰ ਆਪਾਂ ਇਹਨੂੰ ਭੁਜਾ ਦੀ 3 ਵੀ ਕਹਿ ਦਿੰਦੇ ਹਾਂ, ਵੈਸੇ ਤਾਂ ਕਿਨਾਰੇ ਦੀ 3 ਹੁੰਦਾ, ਭੁਜਾ ਦੀ 3 ਵੀ ਆਪਾਂ ਇਹਨੂੰ ਕਹਿ ਦਿੰਦੇ ਹਾਂ। ਤਾਂ ਹੁਣ ਇੱਥੇ 3 ਘਾਤ ਹੈ, ਅਤੇ ਜਦੋਂ ਆਪਾਂ ਇਸ 3 ਘਾਤ ਨੂੰ ਰਾਈਟ ਸਾਈਡ 'ਤੇ ਲੈ ਕੇ ਜਾਵਾਂਗੇ ਤਾਂ ਇੱਥੇ ਕੀ ਆ ਜਾਊਗਾ, 64 ਦਾ ਕਿਊਬ ਰੂਟ, ਘਣ ਮੂਲ ਕੱਢਣਾ। ਤਾਂ 64 ਦਾ ਘਣ ਮੂਲ ਕਿੰਨਾ ਹੁੰਦਾ, 4, ਚੌਕਮ ਚੌਕੀ 16, 16 ਚੌਕਾ 64। ਇਹਨੂੰ ਆਪਾਂ ਇੱਕ ਹੋਰ ਢੰਗ ਨਾਲ ਵੀ ਲਿਖ ਸਕਦੇ ਹਾਂ भी इधर लैफ्ट साइड ते अपने कोले भुजा की 3 है, तो 64 कि 3 बन रहा है, 4 की 3 नाल 3 आप कैंसल कर देने होंने। तो भुजा किन्नी आ गई अपने कोले 4। कैंसल करने का मतलब इत्थे घातां का नियम लग जाता है भी जे घातां बराबर ने तो आधार भी बराबर ने। ठीक है बेटा। तो भुजा किन्नी आ गई अपने कोले, एज किन्नी आ गई 4। तो यदा आंसर आऊगा फस्ट ऑप्शन। नैक्सट क्वेश्चन थोड़ी बुक दे विच ही है, पर थोड़ी स्टेटमेंट दे विच चेंज है। अर्पन है बच्चा 5 सेंटीमीटर 4 सेंटीमीटर तो 2 सेंटीमीटर के पासियां दे प्लास्टिकीन का एक घन बनाउंदी है। एक घन बनाउण लई किन्ने अजिहे घणां की लोड़ पऊगी। इत्थे वैसे क्यूबॉइड होना चाहिए, ये लिखिया होया। ठीक है। अर्पन मेक्स ए क्यूबॉइड, घनाव। ठीक है, घनाव बनाती है वो। फिर हाउ मैनी सच क्यूबॉइड्स विल बी नीडिड टू मेक ए क्यूब। तो बेटा उहदे कोल ना क्यूबॉइड है, क्यूबॉइड है, तो वो नाल नाल उन्हें उस तरह के होर क्यूबॉइड्स रखने ने किसी ढंग के नाल जोड़ के, ताकि जिहड़ा अपने कोले वो बन बन के क्यूब बन जाए, मतलब वो घन बन जाए। इत्थे मैं हुण इहनूं ड्रॉ नहीं कर पा रही क्योंकि एक 3D फिगर है, तो इहनूं तुसीं अपने दिमाग दे विच किवें सोच सकते हो। ओके, तुहानूं ना हुण दिवाली लंघी है, बर्फी तो आई हुई होगी घरें, तो बर्फी का जिहड़ा एक पीस हुंदा बेटा वो घनाव हुंदा। तो वो बर्फी के पीस के नाल होर पीस रख रख के आप एक घन बनाउणा चाहुंदे आ। बस उही ये सवाल है
ਵੀ ਤੁਹਾਨੂੰ 3 ਸਾਈਡਾਂ ਦੇਤੀਆਂ, ਉਹਦਾ ਇੱਕ ਘਨਾਵ ਹੈ, ਉਹਦੇ ਨਾਲ ਉਹੋ ਜਿਹੀ ਹੋਰ ਕਿੰਨੇ ਰੱਖੀਏ, ਕਹਿੰਦੇ ਵੀ ਇੱਕ ਘਣ ਪੂਰਾ ਹੋ ਜਾਵੇ। ਘਣ ਕੀ ਹੁੰਦਾ, ਜਿਹਦੀ ਲੰਬਾਈ ਚੌੜਾਈ ਉਚਾਈ ਬਰਾਬਰ ਹੈ। ਠੀਕ ਹੈ, ਤਾਂ ਹੁਣ ਇਹਨੂੰ ਧਿਆਨ ਨਾਲ ਸਮਝੋ ਕਿਵੇਂ ਕਰਨਾ ਹੈ। 5 ਗੁਣਾ 4 ਗੁਣਾ 2 ਹੈ ਇਹਦੀ ਜਿਹੜੀ ਮੈਜਰਮੈਂਟ ਹੈ। ਤਾਂ ਜੇ ਆਪਾਂ ਇਹਦੇ ਆਭਾਸ ਟੋਟੇ ਬਣਾਉਣ ਲੱਗੀਏ ਤਾਂ 4 ਦੇ ਕੀ ਬਣਨਗੇ, 2 ਗੁਣਾ 2। ਤਾਂ ਚਲੋ ਜੀ ਇਹ 2 ਦਾ ਕੀ ਬਣ ਗਿਆ, ਤ੍ਰਿਗੁੱਟ। ਤਾਂ ਤ੍ਰਿਗੁੱਟ ਕਿਹਦਾ ਨਹੀਂ ਬਣ ਰਿਹਾ, ਘਣ ਬਣਾਉਣਾ ਸੀ ਨਾ ਆਪਾਂ, ਤੇ ਕਿੰਨੇ ਹੋਰ ਘਣਾਵਾਂ ਦੀ ਲੋੜ ਹੈ ਇਹ ਕੱਢਣਾ ਸੀ। ਹੁਣ ਇਹਦਾ ਘਣ ਤਾਂ ਬਣ ਹੀ ਨਹੀਂ ਰਿਹਾ, ਤਾਂ ਆਪਾਂ ਨੂੰ ਕਿੰਨੇ 5 ਹੋਰ ਲਗਾਉਣੇ ਪੈਣਗੇ ਘਣ ਬਣਾਉਣ ਲਈ, 2 5 ਹੋਰ ਲਗਾਉਣੇ ਪੈਣਗੇ, ਯਾਨੀ ਕਿ 5 5 25। ਤਾਂ ਕਿੰਨੇ ਘਣਾਂ ਦੀ ਲੋੜ ਪਏਗੀ ਬੇਟਾ, 25। ਕਲੀਅਰ ਹੋ ਗਈ ਗੱਲ। ਤਾਂ ਆਪਣੇ ਘਰ ਦੇ ਵਿੱਚ ਦੇਖਿਓ ਫਿਰ ਜੇ ਮਠਿਆਈ ਹੈ ਜਾਂ ਉਸ ਤੋਂ ਵੀ ਆਪਣੇ ਕੋਲੇ ਮੈਚ ਬਾਕਸਿਸ ਤਾਂ ਹੁੰਦੀਆਂ ਹੀ ਨੇ, ਹੈ ਨਾ, ਮਾਚਿਸ ਦੀਆਂ ਡੱਬੀਆਂ। ਜਦੋਂ ਮਾਚਿਸ ਦੀ ਇੱਕ ਡੱਬੀ ਦੇ ਨਾਲ ਦੂਜੀ ਡੱਬੀ, ਤੀਜੀ ਡੱਬੀ ਐਵੇਂ ਨਾਲ ਉੱਪਰ ਨੀਚੇ ਰੱਖ ਕੇ ਦੇਖਿਓ ਵੀ ਕਿੰਨੀਆਂ ਡੱਬੀਆਂ ਰੱਖਣ ਨਾਲ ਉਹ ਇੱਕ ਘਣ ਪੂਰਾ ਹੋ ਜਾਂਦਾ। ਤੁਹਾਨੂੰ ਇਹ ਸਵਾਲ ਈਜ਼ੀਲੀ ਸਮਝ ਆ ਜਾਏਗਾ। ਤਾਂ ਇਹਦਾ ਆਨਸਰ ਆ ਗਿਆ ਬੇਟਾ 25। ਇੱਕ ਕੁਐਸਚਨ ਰਹਿ ਗਿਆ, ਹੇਠਾਂ ਲਿਖਿਆਂ ਵਿੱਚੋਂ ਕਿਹੜੇ ਗੁਣਨਖੰਡ ਵਿੱਚ ਇੱਕ ਪੂਰਨ ਘਣ ਦੇ ਗੁਣਨਖੰਡ ਨਹੀਂ ਦਰਸਾਉਣਗੇ। ਵਿਚ ਆਫ ਦਾ ਫੋਲੋਇੰਗ ਐਕਸਪ੍ਰੈਸ਼ਨਸ ਵਿਲ ਨਾਟ ਯੀਲਡ ਆ ਪਰਫੈਕਟ ਕਿਊਬ। ਤਾਂ ਦੇਖੋ ਬੇਟਾ, ਪਰਫੈਕਟ ਕਿਊਬ ਪੂਰਨ ਘਣ ਕਦੋਂ ਹੁੰਦਾ ਹੈ, ਜਦੋਂ ਉਹਨਾਂ ਦੇ ਵਿੱਚ ਤ੍ਰਿਗੁੱਟ ਬਣਦੇ ਨੇ, ਟ੍ਰਿਪਲੇਟਸ ਬਣਦੇ ਨੇ, 3 3 ਦੇ ਜੋਟੇ ਕਹਿ ਲਓ। ਠੀਕ ਹੈ, ਤਾਂ ਆਪਾਂ ਚੈੱਕ ਕਰਦੇ ਹਾਂ, 2 ਦਾ ਬਣ ਰਿਹਾ, 3 ਦਾ ਬਣ ਰਿਹਾ, ਇਹ ਤਾਂ ਹੈਗਾ। 4 ਦਾ ਤ੍ਰਿਗੁੱਟ ਹੈ, 4 ਦਾ ਤ੍ਰਿਗੁੱਟ ਹੈ, 5 ਦਾ, ਇਹ ਵੀ ਹੈਗਾ। 6 ਦਾ 6 ਦਾ 3 ਦਾ, ਬਟ 3 ਬਚ ਗਿਆ। ਤਾਂ ਇਹੀ ਉਹ ਆਪਸ਼ਨ ਹੈ ਬੇਟਾ ਜਿਹੜੀ ਇੱਕ ਪੂਰਨ ਘਣ ਦੇ ਗੁਣਨਖੰਡਾਂ ਨੂੰ ਨਹੀਂ ਦਰਸਾਉਂਦੀ। ਲਾਸਟ ਵੀ ਚੈੱਕ ਕਰ ਲਓ, 8 4 5 5, ਯੈਸ ਇਟ ਇਜ਼ ਟਰੂ। ਤਾਂ ਕਿਹੜੀ ਆਪਸ਼ਨ ਆ ਗਈ ਬੇਟਾ ਜਿਹੜੀ ਪੂਰਨ ਘਣ ਨਹੀਂ ਬਣਾ ਰਹੀ, ਸੀ ਆਪਸ਼ਨ। ਤਾਂ ਇਹ ਸੀਗੇ ਬੇਟੇ ਤੁਹਾਡੀ ਰਿਵੀਜ਼ਨ ਵਰਕਸ਼ੀਟ ਦੇ ਸਾਰੇ ਕੁਐਸਚਨਸ। ਮੈਨੂੰ ਆਸ ਹੈ ਸਾਰੇ 30 ਕੁਐਸਚਨਸ ਤੁਹਾਨੂੰ ਸਮਝ ਆ ਗਏ ਹੋਣਗੇ। ਜੇ ਤੁਹਾਨੂੰ ਫਿਰ ਵੀ ਕਿਸੇ ਸਮ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੇਣਾ, ਉਸ ਸਮ ਨੂੰ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਉਹਦੇ ਨਾਲ ਦੇ 1 2 ਸਮ ਹੋਰ ਲੈ ਕੇ ਤੁਹਾਨੂੰ ਸਮਝਾ ਦਾਂਗੀ। ਠੀਕ ਹੈ ਜੀ। ਅਤੇ ਇੱਕ ਹੋਰ ਇਨਫੋਰਮੇਸ਼ਨ ਬੇਟਾ, ਮੈਂ ਤੁਹਾਨੂੰ ਕਿਹਾ ਸੀ ਮੇਰਾ YouTube ਚੈਨਲ ਦੇ ਨਾਲ ਟੈਲੀਗ੍ਰਾਮ ਚੈਨਲ ਵੀ ਹੈ, ਉਹਨੂੰ ਵੀ ਜੁਆਇਨ ਕਰ ਲਓ ਤਾਂ ਕਿ ਉਹਦੇ ਵਿੱਚ ਜਿਹੜੀਆਂ PDFs ਆਉਂਦੀਆਂ ਨੇ, ਇੰਪੋਰਟੈਂਟ ਕੁਐਸਚਨਸ ਨੇ, ਟੈਸਟਸ ਨੇ, ਉਹ ਮੈਂ ਉਹਦੇ ਵਿੱਚ ਸੈਂਡ ਕਰ ਦਿੰਦੀ ਹੁੰਦੀ ਹਾਂ। ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੂੰਗੀ। ਠੀਕ ਹੈ ਜੀ, ਬਾਏ ਬੱਚੇ।